ਜਿਹੜਾ ਗੁਰੂ ਸਾਹਿਬ ਦੀ ਸਿੱਖਿਆ ਵਿੱਚ ਨੇ ਉਹਨੂੰ ਸਿੱਖ ਕਿਹਾ। ਜੇ ਇੱਕ ਸਿੱਖ ਨਹੀਂ ਹੈ ਤੇ ਦੋਏ ਸਾਧ ਸੰਗ ਨਹੀਂ ਹੋ ਸਕਦੇ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਐ ਪਤ ਹੋਏ, ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਐ ਪਤ ਹੋਏ। ਆਪਾਂ ਦੇਖਿਆ ਵੀ ਭਗਤ ਜੀ, ਕੱਲ ਆਪਾਂ ਵਿਚਾਰ ਕੀਤੀ ਵੀ ਭਗਤ ਜੀ ਬੋਲੇ ਤੇ ਐਸਾ ਬੋਲੇ ਵੀ ਜਦ ਤੱਕ ਦੁਨੀਆ ਰਹੇਗੀ ਨਾ ਉਹਨਾਂ ਦੀ ਇੱਜ਼ਤ ਬੜੀ ਹੋਈ ਹੈ। ਰੱਬ ਦੇ ਦਰ ਤੇ ਕਿਹਨੂੰ ਇੱਜ਼ਤ ਮਿਲਦੀ ਹੈ, ਕਿਹਨੂੰ ਨਹੀਂ ਮਿਲਦੀ ਹੈ, ਕਿਸ ਤਰ੍ਹਾਂ ਪਤਾ ਚੱਲੇਗਾ? ਇੱਥੇ ਰੱਬ ਦੇ ਬੰਦੇ ਜਿਹੜੇ ਨੇ ਨਾ, ਰੱਬ ਦੇ ਪਿਆਰੇ ਜਿਹੜੇ ਨੇ, ਉਹ ਉਹਨਾਂ ਨੂੰ ਇੱਜ਼ਤ ਬਖਸ਼ਦੇ। ਇੱਥੋਂ ਪਤਾ ਚੱਲਦਾ ਵੀ ਰੱਬ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ। ਤੇ ਭਗਤ ਜੀ ਨੇ ਐਸਾ ਬੋਲਿਆ ਜਿਹੜਾ ਸਾਨੂੰ ਦੱਸਦਾ ਵੀ ਇਸ ਤਰ੍ਹਾਂ ਬੋਲੋਗੇ ਤੇ ਇੱਜ਼ਤ ਮਿਲੇਗੀ। ਬਾਬਾ ਬੋਲੀਏ ਪਤ ਹੋਵੇ, ਬਾਬਾ ਬੋਲੀਐ ਪਤ ਹੋਏ। ਬੰਦਾ ਕੋਸ਼ਿਸ਼ ਕਰਦਾ ਵੀ ਸੰਸਾਰ ਵਿੱਚ ਜਿਹੜੇ ਵੱਡੇ ਵੱਡੇ ਧਨਾੜ ਲੋਕ ਨੇ, ਜਿਹੜੇ ਪਾਵਰਫੁਲ ਬੰਦੇ ਨੇ, ਉਹਨਾਂ ਦੇ ਸਾਹਮਣੇ ਸਾਡੀ ਇੱਜ਼ਤ ਬਣੀ ਨੇ ਵੀ ਕੋਈ ਲਾਭ ਲੈ ਸਕੀਏ। ਲੇਕਿਨ ਬੰਦਾ ਇਹ ਕਦੀ ਕੋਸ਼ਿਸ਼ ਨਹੀਂ ਕਰਦਾ ਵੀ ਰੱਬ ਦੇ ਦਰ ਤੇ, ਰੱਬ ਦੀ ਹਜ਼ੂਰੀ ਵਿੱਚ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੇਰੀ ਇੱਜ਼ਤ ਬਣੇ। ਇਹ ਸੋਚ ਨਹੀਂ ਆਉਂਦੀ ਮਨ ਵਿੱਚ। ਦੁਨੀਆ ਵਿੱਚ ਰਹਿ ਕੇ ਦੁਨੀਆਦਾਰ ਜਿਹੜੇ ਨੇ, ਮਾਇਆਧਾਰੀ ਜਿਹੜੇ ਨੇ, ਉਹਨਾਂ ਦੇ ਸਾਹਮਣੇ ਬੰਦਾ ਕਹਿੰਦਾ ਵੀ ਮੇਰੀ ਇੱਜ਼ਤ ਬਣੀ ਰਹੇ ਹੈ ਜੀ। ਤੇ ਅਸੀਂ ਗੱਲ ਕਰ ਰਹੇ ਹਾਂ ਬਾਬਾ ਬੋਲੀਏ ਪਤ ਹੋਏ। ਕੀ ਬੋਲੀਏ ਜਿਹਦੇ ਨਿਰੰਕਾਰ ਦੇ ਦਰ ਤੇ, ਨਿਰੰਕਾਰ ਦੀ ਹਜ਼ੂਰੀ ਵਿੱਚ ਸਾਡੀ ਇੱਜ਼ਤ ਬਣੇ। ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਐ ਪਤ ਹੋਏ। ਊਤਮ ਸੇ ਦਰ ਊਤਮ ਕਹੀਐ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬਹਿਰੋਏ, ਨੀਚ ਕਰਮ ਬਹਿਰੋਏ। ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿਰੋਏ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਰਾਗ ਵਿੱਚ ਇਹ ਪਵਿੱਤਰ ਬਚਨ ਨੇ। ਸ੍ਰੀ ਰਾਗ ਮਹੱਲਾ ਪਹਿਲਾ।
ਲੱਭ ਕੁੱਤਾ, ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਾਰ ਮਲ, ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਇੱਥੇ ਤੱਕ ਦੀ ਆਪਾਂ ਵਿਚਾਰ ਕਰ ਲਈ। ਅੱਗੇ ਕੀ ਕਹਿੰਦੇ ਆ? ਰਸ ਕਸ ਆਪ ਸਲਾਹਣਾ, ਰਸ ਕਸ ਆਪ ਸਲਾਹਣਾ, ਰਸ ਕਸ ਆਪ ਸਲਾਹਣਾ, ਰਸ ਕਸ ਆਪ ਸਲਾਹਣਾ। ਇਹ ਕਰਮ ਮੇਰੇ, ਇਹ ਕਰਮ ਮੇਰੇ, ਇਹ ਕਰਮ ਮੇਰੇ ਕਰਤਾਰ, ਇਹ ਕਰਮ ਮੇਰੇ ਕਰਤਾਰ, ਇਹ ਕਰਮ ਮੇਰੇ ਕਰਤਾਰ, ਇਹ ਕਰਮ ਮੇਰੇ ਕਰਤਾਰ। ਇਹ ਮੇਰੀ ਗੱਲ ਹੋ ਰਹੀ ਹੈ ਜੀ, ਮੇਰਾ ਆਇਆ ਨਾ, ਇਹ ਮੇਰੀ ਗੱਲ ਹੈ। ਗੱਲ ਕੀ ਹੈ? ਕਹਿੰਦੇ ਰਸ ਕਸ ਆਪ ਸਲਾਹਣ, ਰਸਾਂ ਕਸਾਂ ਵਿੱਚ ਫਸ ਕੇ ਆਪਣੇ ਆਪ ਨੂੰ ਸੁਲਾਹਣਾ। ਇਹ ਇੱਕ ਐਸੀ ਚੀਜ਼ ਹੈ ਜੋ ਲਗਭਗ ਹਰ ਬੰਦੇ ਵਿੱਚ ਵੇਖੀ ਜਾਂਦੀ ਹੈ। ਮੇਰੇ ਕੋਲ ਕੋਈ ਆ ਕੇ ਬੈਠੇ, ਮੇਰਾ ਚਿੱਤ ਕਰਦਾ ਵੀ ਇਹ ਮੈਨੂੰ ਸਲਾਹੇ, ਵੀ ਇਹ ਮੇਰੇ ਚ ਕੋਈ ਗੁਣ ਦੇਖੇ ਤੇ ਮੈਨੂੰ ਸਲਾਹੇ, ਹੈ ਜੀ। ਤੇ ਜੇ ਦੋ ਬੈਠ ਜਾਣ ਤੇ ਦਿਲ ਕਰਦਾ ਵੀ ਇਹ ਦੋਨੋਂ ਹੀ ਮੇਰੀ ਸਿਫਤ ਕਰਨ ਤੇ ਕਿੰਨਾ ਚੰਗਾ, ਇਹ ਕਰਨ ਤੇ ਮੈਂ ਸੁਣਾ, ਹੈ ਜੀ। ਤੇ ਫਿਰ ਜਦੋਂ ਬੰਦਾ ਦੇਖਦਾ ਇਹ ਤੇ ਕਰਦਾ ਹੀ ਨਹੀਂ ਪਏ, ਇਹ ਤੇ ਹੋਰ ਕਰੀ ਜਾਂਦੇ, ਫਿਰ ਕਹਿੰਦੇ ਬੰਦਾ ਆਪਣੇ ਆਪ ਹੀ ਆਪਣੀ ਸਿਫਤ ਕਰਦਾ। ਫਿਰ ਬੰਦਾ ਦੇਖੋ ਕਿੰਨਾ ਮੈਂ ਚਲਦੀ ਹੈ, ਫਿਰ ਇੰਨੀ ਮੈਂ ਚਲਦੀ ਹੈ, ਜਦੋਂ ਬੰਦੇ ਉਹ ਮੈਂ ਤੂੰ ਨਹੀਂ ਕਰਦੇ, ਉਹ ਮੈਨੂੰ ਕਹਿ ਕੇ ਉਹ ਤੂੰ ਨਹੀਂ ਕਰਦੇ, ਵੀ ਯਾਰ ਤੂੰ ਕਮਾਲ ਹੈ, ਤੂੰ ਬਹੁਤ ਵਧੀਆ। ਮੇਰੇ ਕੰਨ ਤਰਸਦੇ ਨੇ ਵੀ ਇਹ ਚੀਜ਼ਾਂ ਮੈਂ ਸੁਣਾ, ਭਾਵੇਂ ਮੈਂ ਉੱਪਰੋਂ ਕਹਿੰਦਾ ਵੀ ਨਾ ਇਸ ਤਰ੍ਹਾਂ ਹੈ ਨਹੀਂ ਹੈ, ਪਰ ਅੰਦਰੋਂ ਚੰਗਾ ਬੜਾ ਲੱਗਦਾ ਜੇ। ਬੜਾ ਦਿਲ ਖੁਸ਼ ਹੁੰਦਾ ਜਦੋਂ ਕੋਈ ਮੱਥਾ ਟੇਕਦਾ, ਜਦੋਂ ਕੋਈ ਫਤਿਹ ਬੁਲਾਉਂਦਾ, ਜਦੋਂ ਕੋਈ ਹਾਂਜੀ ਸਤਿ ਸ੍ਰੀ ਅਕਾਲ ਬੁਲਾਉਂਦਾ, ਬੜਾ ਦਿਲ ਖੁਸ਼ ਹੁੰਦਾ। ਤੇ ਜਿਸ ਦਿਨ ਨਹੀਂ ਬੁਲਾਉਂਦਾ ਉਸ ਦਿਨ ਦੁਖੀ ਵੀ ਬੜਾ, ਪਤਾ ਨਹੀਂ ਉਹਨੇ ਕਿਉਂ ਨਹੀਂ ਬੁਲਾਈ, ਪਤਾ ਨਹੀਂ ਕੀ ਹੋਇਆ, ਪਤਾ ਨਹੀਂ, 100 ਵਿਚਾਰ ਮਨ ਵਿੱਚ ਆਉਂਦੇ। ਤੇ ਜੇ ਬੰਦਾ ਤਾਰੀਫ ਨਹੀਂ ਕਰਦਾ, ਸਾਹਮਣੇ ਵਾਲਾ ਨਹੀਂ ਕਰਦਾ, ਤੇ ਫਿਰ ਬੰਦਾ ਮੈਂ ਆਪ ਹੀ ਕਰਨੀ ਸ਼ੁਰੂ ਕਰਦਾ। ਤੇ ਇਸ ਨੂੰ ਗਿਆ ਕਿ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਕਰਮ ਨੇ ਮੇਰੇ, ਨਾਮ ਕਿੱਥੇ ਜਾਏਗਾ? ਇਹ ਤੇ ਮੈਂ ਤੋਂ ਨਿਕਲਿਆ ਹੀ ਨਹੀਂ, ਮੈਂ ਬਾਹਰ, ਰੱਬ ਦੀ ਗੱਲ ਕਿੱਥੇ ਹੋਈ? ਇੱਕ ਸਿੱਖ ਦੋਏ ਸਾਧ ਸੰਗ ਹੋਣਾ ਚਾਹੀਦਾ ਸੀ। ਇੱਕ ਦਾ ਮਤਲਬ, ਇੱਕ ਸਿੱਖ ਦਾ ਮਤਲਬ ਹੈ ਇੱਕ ਜਦੋਂ ਹੈ ਤੇ ਉਹ ਵੀ ਸਿਮਰਨ ਵਿੱਚ ਰਹੇ, ਉਹਨੂੰ ਸਿੱਖ ਕਿਹਾ। ਜਿਹੜਾ ਗੁਰੂ ਸਾਹਿਬ ਦੀ ਸਿੱਖਿਆ ਵਿੱਚ ਰਹੇ ਉਹਨੂੰ ਸਿੱਖ ਕਿਹਾ। ਜੇ ਇੱਕ ਸਿੱਖ ਨਹੀਂ ਹੈ ਤੇ ਦੋਏ ਸਾਧ ਸੰਗ ਨਹੀਂ ਹੋ ਸਕਦੇ। ਇਹ ਕੀ ਹੈ? ਧੰਨ ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਇੱਕ ਸਿੱਖ
ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਪੰਜ ਹੋ ਜਾਣ ਬਸ ਫਿਰ ਤੇ ਬੇੜਾ ਪਾਰ ਹੈ, ਫਿਰ ਤੇ ਮੋਜਾ ਹੀ ਮੋਜਾ ਨੇ, ਫਿਰ ਕੋਈ ਦੁਨੀਆ ਦੀ ਐਸੀ ਚੀਜ਼ ਨਹੀਂ ਜਿਹੜੀ ਦੂਰ ਹੈ। ਲੇਕਿਨ ਗੱਲ ਕਿੱਥੋਂ ਸ਼ੁਰੂ ਹੋਈ ਹੈ? ਇੱਕ ਤੋਂ। ਜੇ ਇੱਕ ਜਿਹੜਾ ਹੈਗਾ ਉਹ ਸਿੱਖ ਨਹੀਂ ਹੈ ਤੇ ਦੋਏ ਸਾਧ ਸੰਗ ਨਹੀਂ ਹੋ ਸਕਦੇ। ਹੁਣ ਮੈਂ ਦੇਖਾਂ ਜਦੋਂ ਮੈਨੂੰ ਕੋਈ ਦੂਜਾ ਮਿਲਦਾ ਤੇ ਸੰਗਤ ਹੁੰਦੀ ਹੈ, ਜਦੋਂ ਇਹ ਦੇਖੋ ਇੱਕ ਸਿੱਖ ਦੋਏ ਸਾਧ ਸੰਗ, ਵੀ ਭਗਤ ਭਾਈ ਸਾਹਿਬ ਜੀ ਕਹਿੰਦੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦੋ ਮਿਲਣ ਦੇ ਸਾਧ ਸੰਗਤ ਹੋ ਜਾਂਦਾ ਹੁੰਦਾ। ਲੇਕਿਨ ਜਦੋਂ ਮੇਰੇ ਨਾਲ ਕੋਈ ਮਿਲਦਾ ਤੇ ਸਾਧ ਸੰਗ ਹੁੰਦਾ ਹੈ ਕਿ ਨਹੀਂ ਹੁੰਦਾ? ਤੇ ਜੇ ਨਹੀਂ ਹੁੰਦਾ ਫਿਰ ਮੈਨੂੰ ਦੇਖਣਾ ਪਏਗਾ ਮੈਂ ਸਿੱਖ ਹੈਗਾ ਕਿ ਨਹੀਂ ਹੈਗਾ, ਫਿਰ ਵਾਪਸ ਜਾਣਾ ਪਏਗਾ। ਪੰਜ ਦੀ ਗੱਲ ਤੇ ਬਾਅਦ ਦੀ ਬੜੀ ਦੂਰ ਦੀ ਗੱਲ ਹੈ। ਗੱਲ ਸ਼ੁਰੂ ਹੋਏਗੀ ਇੱਕ ਤੋਂ। ਇੱਕ ਜਿਹੜਾ ਹੈ ਉਹ ਸਿੱਖ ਹੈ ਕਿ ਨਹੀਂ ਹੈ, ਇਹ ਕਿਸ ਤਰ੍ਹਾਂ ਪਤਾ ਚੱਲੇਗਾ? ਦੋ ਮਿਲ ਕੇ ਸੰਗਤ ਹੁੰਦੀ ਕਿ ਨਹੀਂ ਹੁੰਦੀ, ਇਸ ਤਰ੍ਹਾਂ ਪਤਾ ਚੱਲ ਜਾਏਗਾ। ਜੇ ਉਹ ਸਿੱਖ ਹੈਗਾ ਤੇ ਦੋ ਮਿਲਣਗੇ ਤੇ ਸੰਗਤ ਹੋਏਗੀ ਹੋਏਗੀ। ਇੱਕ ਸਿੱਖ ਦੋਏ ਸਾਧ ਸੰਗ। ਇੱਕ ਹੈ ਤੇ ਦੋ ਨੇ, ਦੋ ਨੇ ਤੇ ਸੰਗਤ ਹੈ। ਜੇ ਦੋ ਨੇ ਤੇ ਸੰਗਤ ਨਹੀਂ ਹੈ ਤੇ ਫਿਰ ਇੱਕ ਕੀ ਹੈ? ਇੱਕ ਨੂੰ ਦੇਖਣਾ ਪਏਗਾ ਵੀ ਮੈਂ ਕੀ ਹਾਂ। ਗੱਲ ਇੱਕ ਤੋਂ ਸ਼ੁਰੂ ਹੋਈ। ਜੇ ਸਿੱਖ ਹੈਗਾ ਤੇ ਉਹ ਸੰਗਤ ਦਾ ਲਾਭ ਲੈ ਸਕਦਾ ਹੈ, ਤੇ ਜੇ ਸਿੱਖ ਨਹੀਂ ਹੈਗਾ ਤੇ ਉਹ ਸੰਗਤ ਵਿੱਚ ਚਲਾ ਵੀ ਜਾਏ ਤੇ ਪਤਾ ਨਹੀਂ ਕੁਝ ਲੈ ਕੇ ਵੀ ਆਏਗਾ ਕਿ ਨਹੀਂ ਲੈ ਕੇ ਆਏਗਾ, ਕਿਉਂਕਿ ਸਿੱਖ ਹੀ ਨਹੀਂ ਹੈ। ਤੇ ਸਿੱਖ ਕੌਣ ਹੈ? ਉਹ ਇੱਕ ਸਿੱਖ ਕਿਸ ਤਰ੍ਹਾਂ ਬਣੇ? ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ। ਉਹ ਸਿੱਖ, ਸੋ ਸਿੱਖ ਉਹ ਸਿੱਖ ਹੈ, ਉਹ ਸਖਾ ਹੈ, ਉਹ ਦੋਸਤ ਹੈ, ਬੰਦਪ ਹੈ, ਉਹ ਰਿਸ਼ਤੇਦਾਰ ਹੈ। ਕੌਣ? ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਕ ਭਾਣਾ ਗੁਰੂ ਦਾ, ਪਰਮੇਸ਼ਰ ਦਾ, ਗੁਰ ਪਰਮੇਸ਼ਰ ਦਾ। ਦੂਜਾ ਭਾਣਾ ਆਪਣਾ। ਗੱਲ ਮੈਂ ਤੇ ਆ ਗਈ ਫਿਰ, ਇਹ ਕਰਮ ਮੇਰੇ। ਦੂਜਾ ਭਾਣਾ ਮੇਰਾ। ਇੱਕ ਗੱਲ ਹੈ ਵੀ ਗੁਰੂ ਸਾਹਿਬ ਨੂੰ ਕੀ ਚੰਗਾ ਲੱਗਦਾ। ਸਤਿਗੁਰ ਆਖੈ ਸੋ ਕਾਰ ਕਮਾਵਨ। ਸਤਿਗੁਰ ਆਖੈ ਸੋ ਕਾਰ ਕਮਾਵਨ। ਕੱਲ ਵਿਚਾਰ ਕੀਤੀ, ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਗੁਰਸਿੱਖੀ ਦਾ ਕਰਮ ਇਹ, ਗੁਰ ਫਰਮਾਏ ਗੁਰਸਿੱਖ ਕਰਨਾ। ਇਹਨੂੰ ਜਿਹੜਾ ਮਿਲੇਗਾ ਨਾ, ਉਹ ਦੋ ਮਿਲ ਕੇ ਸੰਗਤ ਹੋ ਜਾਏਗੀ। ਇਹਨੂੰ ਜਿਹੜਾ ਇਸ ਗੱਲ ਤੇ ਚੱਲ ਰਿਹਾ, ਜਿਹੜਾ ਇਸ ਗੱਲ ਤੇ ਪਹਿਰਾ ਦੇ ਰਿਹਾ, ਉਹਨੂੰ ਕੋਈ ਮਿਲੇਗਾ, ਉਹਨੇ ਸੰਗਤ ਕਰਨੀ ਚਾਹੀਦੀ। ਉਹ ਭਾਵੇਂ ਅੱਗੇ ਹੈ ਸਿੱਖ ਕੇ ਨਹੀਂ ਹੈ, ਇਹ ਵੀ ਜ਼ਰੂਰੀ ਨਹੀਂ ਹੈ। ਇਹ ਵੀ ਜ਼ਰੂਰੀ ਨਹੀਂ ਹੈ ਕਿ ਉਹ ਨਿਤਨੇਮੀ ਹੈ, ਅੰਮ੍ਰਿਤਧਾਰੀ ਹੈ, ਪਾਠੀ ਹੈ, ਕੁਛ ਨਹੀਂ ਪਤਾ। ਇਹ ਕੋਈ ਜ਼ਰੂਰੀ ਨਹੀਂ ਹੈ। ਜੇ ਇਹ ਇੱਕ ਸਿੱਖ ਹੈ ਤੇ ਦੂਜੇ ਮਿਲੇਗਾ, ਸੰਗਤ ਹੋਏਗੀ।
ਤੇ ਜੇ ਇਹ ਇੱਕ ਸਿੱਖ ਨਹੀਂ ਹੈ ਤੇ ਭਾਵੇਂ ਸਾਹਮਣੇ ਉਹ ਸਿੱਖ ਮਿਲ ਜਾਏ, ਉਹ ਪਤਾ ਨਹੀਂ ਸੰਗਤ ਹੋਏਗੀ ਕਿ ਨਹੀਂ। ਜੇ ਇੱਧਰ ਸਿੱਖੀ ਨਹੀਂ ਹੈ ਤੇ ਸਾਹਮਣੇ ਭਾਵੇਂ ਗੁਰਸਿੱਖ ਹੋ ਜਾਏ, ਭਾਵੇਂ ਸਾਹਮਣੇ ਗੁਰੂ ਸਾਹਿਬ ਆ ਜਾਣ, ਕਈ ਵਾਰ ਨਹੀਂ ਹੁੰਦੀ ਸਿੱਖੀ। ਪਤਾ ਨਹੀਂ ਮੇਰੀ ਸਮਝ ਵਿੱਚ ਗੱਲ ਆ ਰਹੀ ਕਿ ਨਹੀਂ, ਮੈਂ ਕੀ ਬੋਲ ਰਿਹਾ ਮੈਨੂੰ ਵੀ ਨਹੀਂ ਪਤਾ। ਇੱਕ ਸਿੱਖ, ਬੜੇ ਮਹਿੰਗੇ ਬਚਨ ਨੇ ਇਹ ਬਚਨ, ਸਾਰੇ ਬੜੇ ਮਹਿੰਗੇ ਬਚਨ। ਇਹ ਕਮਾਲ ਦੇ ਬਚਨ ਨੇ। ਗੁਰਸਿੱਖਾਂ ਦੇ ਬਚਨ ਐਸੇ ਨੇ ਤੇ ਗੁਰੂ ਸਾਹਿਬ ਦੇ ਕੈਸੇ ਬਚਨ। ਇਹ ਤੇ ਸਿੱਖਾਂ ਦੇ ਬਚਨ ਨੇ। ਜੇ ਸਿੱਖਾਂ ਦੇ ਬਚਨ ਇੰਨੇ ਮਹਿੰਗੇ ਨੇ, ਕਮਾਲ ਦੇ ਨੇ, ਗੁਰੂ ਸਾਹਿਬ ਦੇ ਬਚਨਾਂ ਦੀ ਤੇ ਥਾਂ ਹੀ ਨਹੀਂ ਪਾਈ ਜਾ ਸਕਦੀ। ਪਤਾ ਹੀ ਨਹੀਂ ਲੱਗ ਸਕਦਾ ਵੀ ਹੈ ਕੀ, ਬੋਲਿਆ ਕੀ ਆ। ਅਰਥ ਨਹੀਂ ਲਿਖੇ ਕਿਧਰੇ ਬਾਣੀ ਦੇ। ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਗੁਰੂ ਸਾਹਿਬ ਜੀ ਨੇ ਅਰਥ ਨਹੀਂ ਉਚਾਰਨ ਕੀਤੇ। ਚਲੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ 48 ਸਿੰਘ ਸੀ ਮੇਰੇ ਖਿਆਲ ਤੇ, ਤਾਂ ਗੁਰੂ ਸਾਹਿਬ ਜੀ ਨੇ ਅਰਥ ਕੀਤੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਰਥ ਕੀਤੇ ਸੀ ਬਾਣੀ ਦੇ। ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ, ਸੱਚੇ ਪਾਤਸ਼ਾਹ ਇਹ ਵੀ ਲਿਖ ਦਿਓ ਕਿਧਰੇ। ਕਹਿੰਦੇ ਨਹੀਂ, ਆਪ ਆਪਣੀ ਬੁੱਧ ਹੈ ਜੀਤੀ। ਜਿੰਨੀ ਜਿੰਨੀ ਜਿੱਦੀ ਜਿੱਦੀ ਅਵਸਥਾ ਨਾ, ਉਹ ਕਹਿੰਦੇ ਅਰਥ ਕਰ ਲੇਗਾ ਉਸ ਤਰ੍ਹਾਂ। ਇਹ ਨਹੀਂ ਸਮਝ ਆਣੀ। ਜਿਹੜਾ ਨਰਸਰੀ ਵਿੱਚ ਹੈ, ਤੁਸੀਂ ਜਿਹੜਾ ਬੱਚਾ ਨਰਸਰੀ ਵਿੱਚ ਹੈ, ਤੁਸੀਂ PhD ਦੀ ਬੁੱਕ ਦੇ ਸਾਹਮਣੇ ਪੜ੍ਹੋਗੇ ਤਾਂ ਉਹਨੂੰ ਸਮਝ ਆ ਜਾਏਗੀ। +2 ਦੀ ਪੜ੍ਹੋਗੇ ਤਾਂ ਵੀ ਨਹੀਂ ਸਮਝ ਆਏਗੀ, 10th ਦੀ ਪੜ੍ਹੋਗੇ ਤਾਂ ਵੀ ਨਹੀਂ ਸਮਝ ਆਏਗੀ, ਅਗਲੀ ਕਲਾਸ ਦੀ ਪੜ੍ਹੋਗੇ ਤਾਂ ਵੀ ਉਹਨੂੰ ਨਹੀਂ ਸਮਝ ਆਏਗੀ, ਇੱਕ ਕਲਾਸ ਅਗਲੀ ਹੋਵੇ ਤਾਂ ਵੀ ਨਹੀਂ ਸਮਝ ਆਏਗੀ। ਇੱਕ ਇੱਕ ਪੰਕਤੀ ਦੇ ਪਤਾ ਨਹੀਂ ਕਿੰਨੇ ਕਿੰਨੇ ਗਹਿਰੇ ਗਹਿਰੇ ਅਰਥ ਨੇ। ਕੋਈ ਥਾਂ ਹੀ ਨਹੀਂ ਹੈ ਇਸ ਸਮੁੰਦਰ। ਜੋ ਜਿੰਨਾ ਗਹਿਰਾ ਜਾਏਗਾ, ਜਿੰਨੀ ਕਮਾਈ ਜਿੰਨੀ ਹੋਏਗੀ, ਉਹ ਉੱਥੋਂ ਹੀਰੇ ਮੋਤੀ ਫੜ ਲਿਆਏਗਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਵਾਪਸ ਆਈਏ। ਰਸ ਕਸ ਰਸਾਂ ਵਿੱਚ ਕਸਾਂ ਵਿੱਚ ਫਸ ਕੇ ਤੇ ਬੰਦਾ ਕਹਿੰਦਾ ਕਿ ਇਹ ਮੇਰੀ ਸਿਫਤ ਕਿਉਂ ਨਹੀਂ ਕਰਦੇ, ਇਹ ਕਰ ਲਓ। ਜੋ ਨਹੀਂ ਕਰਦੇ ਤੇ ਬੰਦਾ ਕਹਿੰਦਾ ਮੈਂ, ਤੁਸੀਂ ਦੇਖੋ ਇਹ ਮਿਲ ਜਾਏਗਾ, ਇਹ ਮਿਲ ਜਾਏਗਾ, ਇਹ ਬੜੀ ਸੌਖੀ ਚੀਜ਼ ਹੈ। ਮੈਂ ਕਰਨ ਵਾਲਾ ਬੰਦਾ ਮਿਲ ਜਾਏਗਾ ਬੜੇ ਆਰਾਮ ਨਾਲ। ਹਰ ਦੋ ਬੰਦੇ 'ਚ ਖੜੇ ਹੋ ਜਾਓ, ਤੁਸੀਂ ਆਪਣੀ ਇੱਕ ਗੱਲ ਛੇੜੋ, ਤੁਸੀਂ ਦੇਖੋ ਮੈਂ ਕਿਸ ਤਰ੍ਹਾਂ ਸ਼ੁਰੂ ਹੁੰਦਾ। ਕੋਈ ਮੁਸ਼ਕਿਲ ਨਹੀਂ ਹੈ, ਕੋਈ ਮੁਸ਼ਕਿਲ ਨਹੀਂ। ਰਸ ਕਸ ਆਪ ਸਲਾਹਣਾ, ਰਸ ਕਸ ਆਪ ਸਲਾਹਣਾ। ਇਹ ਮੈਨੂੰ ਬੰਦ ਕਰਨਾ ਪਏ। ਆਪਣੇ ਆਪ ਨੂੰ ਅੱਗੇ ਕਰਨਾ ਮੈਨੂੰ ਬੰਦ ਕਰਨਾ ਪਏ। ਆਪਣਾ ਐਕਸਪੀਰੀਅੰਸ ਪਿਛਲਾ ਜਿਹੜਾ ਹੈਗਾ, ਇਹਦੇ ਕੱਢ ਕੇ ਦੱਸਣਾ, ਇਹ ਬੰਦ ਕਰਨਾ ਪਏ। ਗੁਰੂ ਸਾਹਿਬ ਕੀ ਕਹਿੰਦੇ ਨੇ, ਗੁਰੂ ਦੀ ਗੱਲ ਜਿਹੜੀ ਮੈਂ ਸਿੱਖਦਾ ਸੰਗਤ ਵਿੱਚ, ਇਹ ਕਰਨੀ ਪਏਗੀ, ਇਹ ਸ਼ੁਰੂ ਕਰਨੀ ਪਏਗੀ। ਆਪ ਸਲਾਹਣਾ, ਆਪਣੇ ਆਪ ਨੂੰ ਸੁਲਾਹਣਾ ਬੰਦ ਕਰਨਾ। ਬੰਦਾ ਦੇਖਦਾ ਜੇ ਮੇਰੀ ਸਿਫਤ ਕੋਈ ਹੋਰ ਨਹੀਂ ਕਰਦਾ ਤਾਂ ਮੈਂ ਆਪੇ ਹੀ ਕਰਾਂ। ਹੁਣ ਬੰਦਾ ਕਹਿੰਦਾ ਮੈਂ ਪਾਠ ਕਰਦਾ, ਮੈਂ ਕੀਰਤਨ ਵੀ ਸੁਣਦਾ, ਵੀ ਕਥਾ ਵਗੈਰਾ ਹੁੰਦੀ ਉੱਥੇ ਵੀ ਚਾਹੀਦਾ, ਸਮਾਗਮ ਹੁੰਦਾ ਉੱਥੇ ਹੀ ਚਾਹੀਦਾ। ਬੰਦਾ ਦੱਸਦਾ, ਹੁਣ ਸਾਹਮਣੇ ਵਾਲਾ ਸੁਣ ਕੇ ਕੀ ਕਹੇ, ਵਾਹ ਜੀ ਵਾਹ ਬੜਾ ਚੰਗਾ, ਬਸ ਇਹੀ ਚਾਹੀਦਾ ਵੀ ਸੁਣਨ ਵਾਲਾ ਮੇਰੀ ਚੰਗੀ ਗੱਲ ਸੁਣੇ,
ਤੇ ਬੰਦਾ ਆਪਣੇ ਜਿਹੜੇ ਛਿੱਦਰ ਨੇ ਨਾ ਉਹ ਬੰਦਾ ਛੁਪਾਉਂਦਾ ਜੇ। ਆਪਣੀ ਕਮੀਆਂ ਬੰਦਾ ਕਹਿੰਦਾ ਮੈਂ ਮਾੜਾ ਵਾਂ, ਲੇਕਿਨ ਬੰਦਾ ਆਪਣੇ ਮਾੜ ਦੱਸਦਾ ਨਹੀਂ ਕੋਈ ਵੀ, ਕਿਉਂਕਿ ਸਿਰਫ ਇਹ ਕਹਿਣਾ ਵੀ ਮੈਂ ਮਾੜਾ ਵਾਂ, ਮੈਂ ਗਲਤ ਹਾਂ, ਸਾਹਮਣੇ ਵਾਲਾ ਕਹੇਗਾ ਨਾ ਕਿੰਨਾ ਨਹੀਂ ਮਰਦਾ ਵਾਲਾ। ਜੇ ਬੰਦਾ ਆਪਣੇ ਮਾੜ ਦੱਸਣੇ ਸ਼ੁਰੂ ਹੋ ਜਾਏ ਤੇ ਹੋ ਸਕਦਾ ਉਹ ਬੰਦਾ ਕੋਲ ਖੜਾ ਹੀ ਨਾ ਹੋਏ ਦੁਬਾਰਾ। ਲੇਕਿਨ ਬੰਦਾ, ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਮੇਰੇ ਕੋਲ ਖੜੇ ਨਾ ਹੋ, ਮੈਂ ਇਹ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਇੰਨਾ ਮਾੜਾ ਥੋੜਾ ਜਿਹਾ ਕਹਿ ਦਾਂ ਤਾਂ ਕਿ ਤੁਸੀਂ ਮੈਨੂੰ ਸਮਝੋ ਵੀ ਬੜਾ ਨੀਵਾਂ ਜਿਹਾ ਹੈ, ਬੜੀ ਨਿਮਰਤਾ, ਬੜੀ ਗਰੀਬੀ ਦੀ ਹੈ। ਲੇਕਿਨ ਜਿਹੜੇ ਮੇਰੇ ਅਸਲੀ ਅਵਗੁਣ ਨੇ, ਜਿਹੜੇ ਮੈਂ ਛੁਪਾਈ ਬੈਠਾ, ਔਰ ਮੇਰਾ ਮਾਲਕ ਕਿਰਪਾ ਕਰਕੇ ਉਹ ਵੀ ਛੁਪਾਈ ਬੈਠਾ ਮੇਰੇ ਅਵਗੁਣ। ਆਪਣੇ ਜਨ ਕਾ ਪਰਦਾ ਢੱਕ ਹੈ। ਇਹ ਤੇ ਉਹਦਾ ਪਤਾ ਨਹੀਂ ਕਿੰਨਾ ਵੱਡਾ ਤਰਸ ਹੈ ਜੇ ਉਹਨੇ ਮੇਰੇ ਪਰਦੇ ਢੱਕੇ ਹੋਏ ਨੇ ਤੇ ਆਪਾਂ ਇਸ ਤਰ੍ਹਾਂ ਬੈਠੇ ਹਾਂ। ਨੀ ਤੇ ਸਾਰੇ ਜਿਹੜੇ ਗੁਣ ਨੇ, ਮੈਂ ਗੁਣ ਗੱਲਾਂ ਕੇ ਸਿਰ ਪਹਾੜ, ਇਹ ਮੇਰੇ ਗੁਣ ਨੇ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ, ਇਹ ਮੇਰੀ ਗੱਲ ਹੈ, ਮੇਰੀ ਗੱਲ ਹੋ ਰਹੀ ਹੈ, ਮੇਰੇ ਨਾਲ ਵਾਲੇ ਦੀ ਨਹੀਂ ਗੱਲ ਹੋ ਰਹੀ। ਇਹ ਮੇਰੀ ਸਿੱਧਾ 1 to 1 ਬਚਨ ਹੋ ਰਿਹਾ। ਗੁਰੂ ਸਾਹਿਬ ਬੋਲ ਰਹੇ ਕਰਮ ਮੇਰੇ। ਤੂੰ ਬੋਲ, ਤੂੰ ਬੋਲ, ਤੂੰ ਕਬੂਲ ਕਰ, ਇਹ ਕਰਮ ਤੇਰੇ ਹੈਗੇ ਨੇ, ਕਬੂਲ ਕਰ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਸਾਨੂੰ ਬਾਰ-ਬਾਰ ਕਿਹਾ ਗਿਆ ਵੀ ਆਪਣੇ ਕਰਮਾਂ ਵੱਲ ਦੇਖ। ਫਰੀਦਾ ਜੇ ਤੂੰ ਅਕਲ ਲਤੀਫ, ਅਕਲ ਕਰਕੇ ਜੇ ਤੇਰੇ ਕੋਲ ਕੁਝ ਹੈਗਾ, ਤੈਨੂੰ ਗੁਰੂ ਨੇ ਕੁਝ ਸਮੱਤ ਦਿੱਤੀ ਆ, ਕਾਲੇ ਲਿਖ ਨਾ ਲੇਖ। ਇਹ ਰਸ ਕਸ ਆਪ ਸਲਾਹਣਾ, ਇਹ ਕਾਲੇ ਲੇਖ ਲਿਖਣਾ ਹੈ। ਆਪਨੜੇ ਗਿਰੀਵਾਨ ਮੈਂ ਸਰਨੀਵਾ ਕਰਤੇ, ਅੰਦਰ ਦੇਖ ਕੇ ਵੀ ਗੜਬੜ ਕਿੱਥੇ ਹੈ ਤੇ ਉਸ ਨੂੰ ਠੀਕ ਕਰ। ਜਿਹਨੇ ਦੇਖਣ ਦੀ ਸ਼ਕਤੀ ਦਿੱਤੀ ਹੈ ਉਹ ਠੀਕ ਵੀ ਕਰਵਾਏਗਾ। ਜਿਹੜਾ ਇਹ ਗੱਲ ਸੰਗਤ ਵਿੱਚ ਬੈਠ ਕੇ ਸੁਣਾ ਰਿਹਾ ਵੀ ਤੇਰੇ ਅੰਦਰ ਗੜਬੜ ਹੈ, ਤੈਨੂੰ ਕੋਈ ਮਿਲਦਾ ਤੇ ਸੰਗਤ ਕਿਉਂ ਨਹੀਂ ਹੁੰਦੀ? ਜੇ ਹੁੰਦੀ ਹੈ ਤੇ ਬੜੀ ਚੰਗੀ ਗੱਲ ਹੈ, ਜੇ ਹੁੰਦੀ ਹੈ ਤੇ ਰਸਤਾ ਕਮਾਲ ਦਾ, ਫਿਰ ਤੇ ਤੂੰ ਸਹੀ ਰਸਤੇ ਤੇ ਹੈ। ਜੇ ਨਹੀਂ ਹੁੰਦੀ ਤੇ ਵਾਪਸ ਆ ਜਾ। ਦੋ ਨੂੰ ਮਿਲ ਕੇ ਸੰਗਤ ਕਿਉਂ ਨਹੀਂ ਹੁੰਦੀ? ਇਹਦਾ ਮਤਲਬ ਇੱਕ ਵਿੱਚ ਗੜਬੜ ਹੈ। ਤੇ ਗੜਬੜ ਕਦੀ ਦੂਜੇ 'ਚ ਨਹੀਂ ਹੁੰਦੀ ਜੇ ਗੜਬੜ ਸਿਰਫ ਆਪਣੇ 'ਚ ਹੁੰਦੀ ਜੀ। ਬਾਣੀ ਇਹ ਸਿਖਾਉਂਦੀ, ਮੁਝ ਅਵਗਣ, ਅਵਗੁਣੀ ਭਰਿਆ ਸਰੀਰ ਆ, ਵੀ ਮੇਰੇ 'ਚ ਹੈ ਸਭ ਗੜਬੜ, ਮੇਰੇ 'ਚ। ਦੂਜੇ 'ਚ ਕੋਈ ਗੜਬੜ ਨਹੀਂ, ਭਾਵੇਂ ਉਹ ਸ਼ਰਾਬੀ ਹੈ, ਕਿਸੇ ਦੇ ਅਵਗੁਣ ਨਹੀਂ ਦੇਖਣੇ। ਮਾੜੇ ਤੋਂ ਮਾੜਾ ਬੰਦਾ ਵੀ ਉਹਦੇ ਅੰਦਰ ਨਹੀਂ ਦੇਖਣਾ, ਉਹਦੀ ਗੱਲ ਨਹੀਂ ਕਰਨੀ, ਇਹ ਸੱਚ ਨਹੀਂ ਬੋਲਣਾ। ਬੰਦਾ ਕਹਿੰਦਾ ਉਹ ਸੱਚ ਬੋਲਦਾ, ਨਾ, ਇਹ ਸੱਚ ਨਹੀਂ ਬੋਲਣਾ। ਦੂਸਰੇ ਦੇ ਅਵਗੁਣ ਦੇਖਣੇ ਹੀ ਨਹੀਂ ਬਿਲਕੁਲ ਵੀ। ਉਹਨਾਂ ਦੀ ਗੱਲ ਕਰਨੀ ਬੜੀ ਦੂਰ ਦੀ ਗੱਲ ਹੈ, ਦੇਖਣਾ ਹੀ ਨਹੀਂ ਹੈ। ਆਪਣੇ ਦੇਖਣੇ ਨੇ, ਆਪਣੇ ਗਿਰਵਾਨ ਮੈਂ, ਕਿਉਂਕਿ ਅੰਦਰ ਦੇਖਾਂਗੇ ਤੇ ਅਵਗੁਣ ਦਿਖਣਗੇ, ਬਾਹਰ ਨਹੀਂ ਦਿਖਦੇ ਕਿਸੇ ਦੇ ਅਵਗੁਣ। ਬਾਹਰ ਸਾਰੇ ਸਭ ਵਧੀਆ ਨੇ, ਸਭ ਬਹੁਤ ਚੰਗੇ ਨੇ, ਤਿਆਰ ਬਰ ਤਿਆਰ ਨੇ ਸਾਰੇ। ਬਾਹਰ ਅਵਗੁਣ ਦੇਖਣ ਵਾਸਤੇ ਅੰਦਰ ਜਾਣਾ ਪਏਗਾ, ਤੇ ਅੰਦਰ ਦੇਖਣ ਨੂੰ ਮਨਾਹੀ ਹੈ, ਕਿਸੇ ਦੇ ਅੰਦਰ ਨਹੀਂ ਦੇਖਣਾ। ਜਦ ਦੇਖਾਂਗੇ ਨਹੀਂ ਤੇ ਹੋ ਸਕਦਾ ਸਮਾਂ ਆ ਜੇ ਅਸੀਂ ਕਦੀ ਗੱਲ ਨਹੀਂ ਕਰਾਂਗੇ ਕਿਸੇ ਦੇ ਬਾਰੇ। ਲੋਗ ਅਵਗੁਣਾ ਕੀ ਬੰਨਾ ਗੰਠੜੀ, ਲੋਗ ਅਵਗੁਣਾ ਕੀ ਬੰਨਾ ਗੰਠੜੀ। ਇਹ ਗੰਠੜੀ ਨਹੀਂ ਬਣਨੀ, ਇਹ ਭਾਰ ਆਪਣੇ ਸਿਰ ਨਹੀਂ ਚੁੱਕਣਾ। ਡੁੱਬੇ ਜਿਨ ਸਿਰ ਭਾਰ, ਉਹ ਡੁੱਬ ਜਾਏਗਾ ਜਿਹਦੇ ਸਿਰ ਤੇ ਇਹ ਅਵਗੁਣਾ ਦਾ ਭਾਰ ਹੋਏਗਾ। ਦੂਜੇ ਦੇ ਮੈਲ, ਦੂਜੇ ਦੀ ਨਿੰਦਾ, ਦੂਜੇ ਦੀ ਸਭ ਗੜਬੜ ਸਾਰੀ ਆਪਣੇ ਸਿਰ ਤੇ ਆਪਾਂ ਚੁੱਕੀ ਹੋਈ ਹੈ। ਸਾਡੇ ਕੋਲ ਕੋਈ ਮਿਲਦੇ ਆ ਤੇ ਗੱਲ ਕਰਨ ਨੂੰ ਹੀ ਨਹੀਂ ਹੈ ਕੋਈ, ਕਿ ਦੂਜੇ ਦੀ ਗੱਲ ਹੁੰਦੀ, ਕਿ ਤੀਜੇ ਦੀ ਗੱਲ ਹੁੰਦੀ। ਵਾਹਿਗੁਰੂ 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 ਵਾਹਿਗੁਰੂ।
ਰਸ ਕਸ ਆਪ ਸਲਾਹਣਾ, ਰਸ ਕਸ ਆਪ ਸਲਾਹਣਾ। ਇਹ ਕਰਮ ਮੇਰੇ ਕਰਤਾਰ, ਇਹ ਕਰਮ ਮੇਰੇ ਕਰਤਾਰ। ਇਹ ਕਰਮ ਮੇਰੇ ਕਰਤਾਰ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਬਾਬਾ ਬੋਲੀਐ ਪਤ ਹੋਏ। ਬਾਬਾ ਬੋਲੀਐ ਪਤ ਹੋਏ। ਬਾਬਾ ਬੋਲੀਐ ਪਤ ਹੋਏ। ਊਤਮ ਸੇ ਦਰ ਊਤਮ ਕਹੀਐ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬਹਿਰੋਈ, ਨੀਚ ਕਰਮ ਬਹਿਰੋਈ। ਵਾਹਿਗੁਰੂ ਨੀਚ ਕਰਮ ਬਹਿਰੋਈ। ਨੀਚ ਕਰਮ ਬਹਿਰੋਈ। ਫਿਰ ਪੜੀਏ, ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ, ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਇਹ ਸਾਨੂੰ ਕਬੂਲ ਕਰਨਾ ਪਏਗਾ, ਗੁਰੂ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਕੇ ਤੇ ਆਪਣੇ ਕਰਮਾਂ ਨੂੰ ਦੇਖ, ਖਾਲੀ ਕਹਿਣਾ ਨਹੀਂ ਹੈ। ਗੁਰੂ ਸਾਹਿਬ ਨੂੰ ਪਤਾ ਲੱਗ ਜਾਂਦਾ ਉੱਪਰੋਂ ਉੱਪਰੋਂ ਬੋਲ ਰਿਹਾ ਜਾਂ ਅੰਦਰੋਂ ਬੋਲ ਰਿਹਾ। ਗੁਰੂ ਸਾਹਿਬ ਸਭ ਜਾਣਦੇ ਨੇ ਵੀ ਇਹ ਉੱਪਰੋਂ ਬੱਧਾ ਚੱਟੀ ਬੋਲ ਰਿਹਾ ਜਾਂ ਫਿਰ ਅੰਦਰੋਂ ਇਹਨੇ ਦੇਖਿਆ ਆਪਣੇ ਆਪ ਨੂੰ ਤੇ ਫਿਰ ਬੋਲ ਰਿਹਾ। ਤੇ ਗੁਰੂ ਸਾਹਿਬ ਕੋਲ ਆ ਕੇ ਇਹ ਬਚਨ ਬੋਲ ਕੇ ਤੇ ਮੈਨੂੰ ਕਬੂਲ ਕਰਨਾ ਚਾਹੀਦਾ ਵੀ ਇਹ ਮੇਰੇ ਕਰਮ ਨੇ। ਤੇ ਇਸ ਜਗ੍ਹਾ ਇਸ ਥਾਂ ਮੈਂ ਇਹ ਗਲਤੀ ਕਰਦਾ। ਆਪਣੇ ਅੰਦਰ ਜਿੰਨਾ ਜ਼ਿਆਦਾ ਹੋ ਸਕਦਾ ਉਨਾ ਜਾਣਾ ਪਏਗਾ, ਆਪਣੇ ਅੰਦਰ ਜਾਣਾ ਪਏਗਾ, ਤਾਂ ਸਫਾਈ ਸ਼ੁਰੂ ਹੋਏਗੀ। ਸਫਾਈ ਕਰਨੀ ਆ। ਗਿਆਨੇ ਕੀ ਵੱਢਣੀ ਮਨੋ ਹੱਥ ਲੈ। ਵੱਢਣੀ ਕਿਹਨੂੰ ਕਹਿੰਦੇ ਨੇ? ਝਾੜੂ ਨੂੰ। ਗਿਆਨ ਦਾ ਝਾੜੂ ਲੈ ਕੇ, ਗਿਆਨੇ ਕੀ ਵੱਢਣੀ ਮਨੋ ਹੱਥ ਲੈ, ਮਨੋ ਹੱਥ ਲੈ। ਇਸ ਮਨ ਨੂੰ ਝਾੜੂ ਫੜਾਓ। ਗਿਆਨੇ ਕੀ ਵੱਢਣੀ ਮਨੋ ਹੱਥ ਲੈ। ਗਿਆਨ ਦੀ ਵੱਢਣੀ, ਇਹ ਬਚਨ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ, ਉਹ ਮਨ ਨੂੰ ਫੜਾਓ ਤੇ ਮਨ ਨੂੰ ਕਹੋ ਮਾਰ ਝਾੜੋ। ਤੇ ਕਾਤਰਤਾ ਕੁਤਵਾਰ ਬੁਹਾਰ ਹੈ। ਅੰਦਰ ਤੋਂ ਜਿਹੜੀ ਕਮਜ਼ੋਰੀ ਹੈ, ਜਿਹੜੀ ਕਾਇਰਤਾ ਹੈ, ਇਹਨੂੰ ਕੱਢ ਬਾਹਰ, ਬੁਹਾਰ ਕਰਕੇ ਬਾਹਰ ਕੱਢ ਇਹਨੂੰ ਝਾੜੂ ਨਾਲ। ਗਿਆਨ ਹੈਗੀ ਵੱਢਣੀ। ਦੇਖੋ ਇਹ ਸਾਰੀ ਸੂਖਮ ਚੀਜ਼ ਨੇ। ਗਿਆਨ ਸੂਖਮ ਹੁੰਦਾ ਜੇ, ਅਸਥੂਲ ਇਹ ਹੈ ਜਿਹਨੂੰ ਛੂ ਸਕਦੇ ਆ, ਇਹਨੂੰ ਅਸਥੂਲ ਕਹਿੰਦੇ ਨੇ। ਤੇ ਗਿਆਨ ਜਿਹੜਾ ਹੈ ਸੂਖਮ ਹੈ, ਸੂਖਮ ਹੈ। ਤੇ ਮਨ ਜਿਹੜਾ ਇਹ ਵੀ ਸੂਖਮ ਹੈ। ਤੇ ਗਿਆਨ ਹੈ ਕਿ ਵੱਢਣੀ ਸੂਖਮ ਚੀਜ਼ ਦੇ ਹੱਥ ਫੜਾਓ ਤੇ ਅੰਦਰੋਂ ਫਿਰ ਜਿਹੜੀ ਉਹ ਮੈਲ ਵੀ ਸੂਖਮ ਹੀ ਹੈ ਸਾਰੀ। ਇਹ ਸਾਰਾ ਇਹ ਬਾਹਰ ਦਾ ਕੋਈ ਸਿਸਟਮ ਨਹੀਂ ਹੈ ਵੀ ਇਸ ਤਰ੍ਹਾਂ ਕਰ ਲਈ ਨਾ, ਇਸ ਤਰ੍ਹਾਂ ਨਹੀਂ ਹੈ। ਇਹ ਬੜੀ ਤਗੜੀ ਖੇਡ ਹੈ ਅੰਦਰ ਦੀ। ਗਿਆਨ ਹੈਗੀ ਵੱਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਇਹਨਾਂ ਹੱਥਾਂ ਦਾ ਕੋਈ ਰੋਲ ਨਹੀਂ ਇਸ ਵਿੱਚ। ਇਹ ਸਭ ਕੁਝ ਸੂਖਮ ਹੈ। ਇਹ ਮੈਲ ਜਿਹੜੀ ਹੈ, ਇਹ ਉਹ ਮੈਲ ਨਹੀਂ ਹੈ ਜਿਹੜੀ ਸਰੀਰ ਦੇ ਉੱਪਰ ਚੜ੍ਹਦੀ ਹੈ।
ਭਰੀਏ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਤੇ ਸਾਬੂਣ ਲਈਆ ਉਤੋਂ। ਇਹ ਬਾਹਰ ਦੀ ਗੱਲ ਹੈ। ਤੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਿੱਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਨ ਸਤਿਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮਜਨ ਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤਰਾ, ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰਜਾ ਪੁੱਤਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰਿ ਨਮਸਕਾਰਾ। ਸਾਂਝ ਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਰ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਕਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ, ਦੂਸਰਾ ਦੋਇ ਦਾਈ ਦਾਇਆ ਖੇਲੇ ਸਗਲ ਜਗਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮਾ ਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗੇਮ ਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ, ਬੋਲਣਾ ਜੀ, ਬੋਲਣਾ ਜੀ। ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ। ਸ਼ੁਕਰ ਹੈ ਸੱਚੇ ਪਾਤਸ਼ਾਹ, ਆਪ ਜੀ ਨੇ ਕਿਰਪਾ, ਆਪ ਜੀ ਨੇ ਤਰਸ ਕੀਤਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਰਹਿਮਤ ਕੀਤੀ ਹੈ ਵਾਹਿਗੁਰੂ ਜੀ, ਆਪ ਜੀ ਨੇ ਬੱਚਿਆਂ ਨੂੰ ਬੁਲਾਇਆ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਬਿਠਾਇਆ, ਆਪ ਜੀ ਨੇ ਬਾਣੀ ਸੁਣਾਈ ਸੱਚੇ ਪਾਤਸ਼ਾਹ, ਸਿਮਰਨ ਕਰਾਇਆ ਸੱਚੇ ਪਾਤਸ਼ਾਹ ਜੀ। ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ, ਪਾਠ ਕਰਦਿਆਂ, ਵਿਚਾਰ ਕਰਦਿਆਂ ਬੇਅੰਤ ਗਲਤੀਆਂ, ਬੇਅੰਤ ਭੁੱਲਾਂ, ਬੇਅੰਤ ਬੇਦਬੀਆਂ ਹੋ ਗਈਆਂ, ਸਾਨੂੰ ਬਖਸ਼ੋ। ਲਿਖਿਆ ਕਿਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਸਾਡਾ ਪਾਰ ਉਤਾਰਾ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਜੀ, ਆਪ ਜੀ ਨੇ ਕਰਨਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਸਾਨੂੰ ਬੁਲਾਓ, ਸਾਨੂੰ ਬਾਰ-ਬਾਰ ਬਾਣੀ ਸੁਣਾਓ, ਸਾਨੂੰ ਬਾਣੀ ਦ੍ਰਿੜ ਕਰਵਾਓ, ਸਾਨੂੰ ਨਾਮ ਦ੍ਰਿੜ ਕਰਵਾਓ ਸੱਚੇ ਪਾਤਸ਼ਾਹ ਜੀ, ਸਾਡਾ ਭਾਰ ਉਤਾਰਾ ਕਰੋ, ਸਾਡੀਆਂ ਭੁੱਲਾਂ, ਸਾਡੇ ਔਗਣ ਨਾ ਚਿਤਾਰੋ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਸਾਨੂੰ ਬਖਸ਼ੋ। ਜਿੰਨੇ ਆਏ ਆ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਵਿਚਾਰਿਆ, ਜਿਨ੍ਹਾਂ ਨੇ ਪੜ੍ਹਿਆ ਵੀ ਸੱਚੇ ਪਾਤਸ਼ਾਹ, ਸਭ ਦੀ ਭੇਟਾ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ, ਸਭ ਦੇ ਕਿਰਪਾ ਕਰਨੀ, ਸਭ ਦੇ ਉੱਪਰ ਕਿਰਪਾ, ਸਭ ਦੇ ਉੱਪਰ ਰਹਿਮਤ ਕਰਨੀ, ਭੁੱਲਾਂ ਬਖਸ਼ਣੀਆਂ, ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਨਾਨਕ ਨਾਮ ਚੜ੍ਹਦੀ ਕਲਾ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।